ਅਸੀਂ ਇਨਸਾਫ ਲਈ ਯਾਤਰਾ ਕੱਢਦੇ ਹਾਂ ਤੇ ਸਾਡੀ ਯਾਤਰਾ ਨੂੰ ਤਾੜੋ ਪੀੜਤ ਕਰ ਇੱਥੋਂ ਤੱਕ ਕਿ ਮੈਂ ਪ੍ਰੈਸ ਕਾਨਫਰੰਸ ਕਰਦਾ ਜਲੰਧਰ 'ਚ ਮੈਂ ਪ੍ਰੈਸ ਕਾਨਫਰੰਸ ਰੱਖੀ ਬਕਾਇਦਾ ਉਹਨਾਂ ਨੂੰ ਕਹਿ ਕੇ ਰੱਖੀ ਪ੍ਰਸ਼ਾਸਨ ਨੂੰ ਕਿ ਮੈਂ ਉਹ 3 ਵਜੇ ਪ੍ਰੈਸ ਕਾਨਫਰੰਸ ਰੱਖਣੀ ਆ ਪੂਰੇ 2:15 ਵਜੇ 2:30 ਵਜੇ ਮੈਨੂੰ ਮੈਸੇਜ ਆ ਜਾਂਦਾ ਤੁਹਾਡੀ ਜੀ ਉਹ ਹਾਲ ਕੈਂਸਲ ਹੈ। ਪੰਜਾਬ 'ਚ ਲਗਾਤਾਰ ਘੇਰ ਰਹੇ ਹੋ ਸਰਕਾਰ ਨੂੰ ਸੈਂਟਰ ਨੂੰ ਜਾ ਕੇ ਜੇ ਮੈਂ ਕਹਿੰਦਾ 2 ਦਿਨ ਤੋਂ ਉੱਥੇ ਤੁਸੀਂ ਬਹਿ ਜਾਓ ਤਾਂ ਇਹਨਾਂ ਤੇ ਸਖਤੀ ਕਰਵਾ ਕੇ ਸਾਰਾ ਪੈਸਾ ਕਢਵਾ ਲਓ ਨਾਲੇ ਅੱਗੇ ਨੂੰ ਸਕੀਮ ਸ਼ੁਰੂ ਹੋ ਜਾਏ। ਤੁਹਾਡਾ ਅਲੱਗ ਤਰ੍ਹਾਂ ਦਾ ਸਵਾਲ ਹੈ ਇੱਕ ਅਨੁਸੂਚਿਤ ਜਾਤੀ ਦੇ ਲਈ ਨਵੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰ ਦਿਆਂਗੇ ਤੁਸੀਂ ਕੀਤੀ ਹੈ ਤੇ ਵਿਧਾਨ ਸਭਾ ਦੇ ਵਿੱਚ ਪਾਸ ਕਿਉਂ ਨਹੀਂ ਕੀਤਾ ਫਿਰ ਮੋਦੀ ਸਰਕਾਰ ਹੈ ਜ਼ਰੂਰ ਸਮਾਂ ਜ਼ਰੂਰ ਦੇਗੀ ਪਰ ਜਾਂਚ ਪੂਰੀ ਹੋਏਗੀ ਔਰ ਜਾਂਚ ਦੇ ਵਿੱਚ ਕਿਤੇ ਵੀ ਜਿਹੜੀ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਤੁਹਾਨੂੰ ਮੈਂ ਜਾਣੀ ਇਹਦਾ ਆਸ਼ਵਾਸਨ ਵੀ ਦੇ ਦਿੰਦਾ। ਜੇ ਪੈਸੇ ਦੀ ਤੁਸੀਂ ਕਹਿੰਦੇ ਹੋ ਗੜਬੜੀ ਹੋ ਗਈ ਪੈਸਾ ਜਿਹੜਾ ਦਿੰਦਾ ਹੈ ਉਹਦੇ ਕੋਲ ਪੂਰਾ ਹੱਕ ਹੈ ਜਾਂਚ ਕਰਨ ਦਾ ਸੈਂਟਰ ਗਵਰਨਮੈਂਟ ਫਿਰ ਕਿਉਂ ਨਹੀਂ ਜਾਂਚ ਕਰਕੇ ਇਹਨਾਂ ਦੇ ਸਕੰਜਾ ਕਰ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਨੇ ਆਪਣੀ ਟੀਮ ਭੇਜੀ ਸੀ ਇੱਥੇ ਦੇ ਅਫੀਸਰਾਂ ਨੇ ਉਹਨਾਂ ਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਔਰ ਉਹ ਚੀਫ ਸੈਕਟਰੀ ਜਿਹੜੀ ਕਿੰਨੇ ਸੀਨੀਅਰ ਨੂੰ ਛੱਡ ਕੇ ਯੂਨੀਅਨ ਨੂੰ ਲਗਾਇਆ ਉਹਦੇ ਦਬਾਅ ਥੱਲੇ ਕੰਮ ਕਰੇਗੀ। ਐਡਾ ਵੱਡਾ ਘੁਟਾਲਾ ਸਾਹਮਣੇ ਆਇਆ ਔਰ ਕਲੀਨ ਚਿੱਟ ਦੇਣ ਵਾਲਾ ਕੌਣ ਕਿਉਂਕਿ ਜਿਸ ਮੰਤਰੀ ਜਿਹੜਾ ਆ ਆਪਣੇ ਚੀਫ ਮਿਨਿਸਟਰ ਦੀ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਕਰਕੇ ਸਿੱਖ ਗੁਰੂਆਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰੇ ਔਰ ਉਹ ਚਾਪਲੂਸੀ ਦੀ ਇਸ ਹੱਦ ਤੱਕ ਜਾਵੇ ਤੇ ਕਿਤੇ ਨਾ ਕਿਤੇ ਹੁਣ ਸ਼ੰਕਾ ਇੱਧਰ ਵੀ ਚਲ ਜਾਂਦੀ ਕਿ ਕੈਪਟਨ ਵੀ ਹਿੱਸੇਦਾਰ ਹੋਏਗਾ। ਮੈਟ੍ਰਿਕ ਸਕਾਲਰਸ਼ਿਪ ਮੁੱਦਾ ਪੰਜਾਬ 'ਚ ਅਜਿਹਾ ਬਣ ਚੁੱਕਿਆ ਹੈ ਕਿ ਭਾਵੇਂ ਕਈ ਸਾਲ ਹੋ ਚੱਲੇ ਨੇ ਲਗਾਤਾਰ ਇਹਨੂੰ ਲੈ ਕੇ ਲੀਡਰ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਰਹੇ ਨੇ ਪਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਦਲਿਤ ਵਿਦਿਆਰਥੀ ਇਸ ਵਾਰ ਐਡਮਿਸ਼ਨ ਤੋਂ ਬਿਨਾਂ ਰਹਿ ਗਏ 'ਚ ਕੋਈ ਦੋ ਰਾਏ ਨਹੀਂ ਹੈਗੀ। ਕੁਝ ਦਿਨ ਪਹਿਲਾਂ ਅਸੀਂ ਧਰਮਸੋਤ ਨਾਲ ਗੱਲ ਕਰੀ ਸੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਸੀਗਾ ਕਿ ਬੀਜੇਪੀ ਦਲਿਤਾਂ ਦੀ ਕਿਸ ਤਰ੍ਹਾਂ ਦੇ ਨਾਲ ਵਿਰੋਧੀ ਆ ਉਹਨਾਂ ਨੇ तमाम ਤੱਥ ਰੱਖੇ ਉਹਨਾਂ ਨੇ ਕਿਹਾ ਸਕੀਮ ਦੇ ਵਿੱਚ ਕਿਸ ਤਰ੍ਹਾਂ ਦੀ ਗੜਬੜੀ ਸੀ ਇਸ ਕਰਕੇ ਸਰਕਾਰ ਨੂੰ ਸ਼ੁਰੂ ਖੁਦ ਕਰਨੀ ਪੈਗੀ। ਵਿਜੇ ਸਾਂਪਲਾ ਸਾਡੇ ਨਾਲ ਨੇ ਕਿਉਂਕਿ ਵਿਜੇ ਸਾਂਪਲਾ ਜਦ ਮੰਤਰੀ ਸੀ ਉਦੋਂ ਵੀ ਲਗਾਤਾਰ ਸਵਾਲ ਚੁੱਕਦੇ ਰਹਿੰਦੇ ਸੀਗੇ ਕਿ ਪੰਜਾਬ ਐਨਓਸੀ ਨਹੀਂ ਭੇਜਦਾ ਹੈਗਾ ਹੁਣ ਪੁੱਛ ਲੈਂਦੇ ਆ ਕਿ ਐਨਓਸੀ ਗਈਆਂ ਜਾਂ ਨਹੀਂ। ਸਾਂਪਲਾ ਸਾਹਿਬ ਇੱਕ ਵਾਰੀ ਫੇਰ ਪੰਜਾਬ ਨੇ ਤੁਹਾਡੇ ਦੀ ਸਵਾਲ ਖੜੇ ਕਰੇ ਨੇ ਕਹਿੰਦੇ ਬੀਜੇਪੀ ਦਾ ਕੰਮ ਇਹ ਹੈ ਵੀ ਅਸੀਂ ਪੈਸਾ ਦੇਣਾ ਹੈ ਹੀ ਨਹੀਂ ਸਿਰਫ ਬਿਆਨਬਾਜ਼ੀ ਲੀਡਰ ਕਰਨ ਆ ਜਾਂਦੇ ਨੇ। ਦੇਖੋ ਜਿੰਨਾ ਵੱਡਾ ਗੁੰਮਰਾਹ ਕਾਂਗਰਸ ਔਰ ਕਾਂਗਰਸ ਦੀ ਸਰਕਾਰ ਕਰ ਰਹੀ ਹੈ ਔਰ ਮੇਰਾ ਖਿਆਲ ਸ਼ਾਇਦ ਇਹ ਇਸ ਤੋਂ ਵੱਡਾ ਕੋਈ ਦਲਿਤ ਸਮਾਜ ਦੇ ਨਾਲ ਧੋਖਾ ਨਹੀਂ ਹੋਏਗਾ। ਪਹਿਲਾਂ ਵੀ ਅਸੀਂ ਬਾਰ-ਬਾਰ ਇਹ ਕਹਿੰਦੇ ਸੀ ਕਿ ਤੁਸੀਂ ਵੰਡੋ ਪੈਸੇ ਤੁਹਾਨੂੰ ਦੇ ਦਿੱਤੇ ਹੋਰ ਲੈ ਲਓ ਹੋਰ ਵੰਡੋ ਉਹ ਵੰਡਦੇ ਨਹੀਂ ਸੀ ਭਾਵ ਇੱਥੇ ਕਿਸੇ ਪਾਸੇ ਹੋਰ ਖਰਚ ਲੈਂਦੇ ਸੀ ਆਪਣੇ ਖਰਚੇ ਪੂਰੇ ਕਰਨ ਦੇ ਲਈ ਔਰ ਉਹਦੇ ਕਰਕੇ ਨੁਕਸਾਨ ਜਿਹੜਾ ਆ ਵਿਦਿਆਰਥੀਆਂ ਦਾ ਹੁੰਦਾ ਸੀ। ਹੁਣ ਵੀ ਹਾਲੇ ਤੱਕ ਵੀ ਜਿਹੜੇ ਪੈਸੇ ਦਿੱਤੇ ਹੋਏ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਆਏ ਜਿਹਦਾ ਬਹੁਤ ਵੱਡਾ ਘੁਟਾਲਾ ਤੁਹਾਡੇ ਸਾਹਮਣੇ ਨਜ਼ਰ ਆਇਆ ਔਰ ਉਹ 1 ਸਾਲ ਦਾ ਹੈ ਜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੇ ਘੁਟਾਲੇ ਜਿਹੜੇ ਆ ਇਹਦੇ 'ਚ ਸ਼ਾਮਲ ਹੋਣਗੇ ਕਿਉਂਕਿ ਮੈਂ ਜਾਣਦਾ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ 'ਤੇ ਇਹਨਾਂ ਨੇ ਰੋਕ ਵੀ ਲਗਾਈ ਪਰ FIR ਵੀ ਕਰਾਈਆਂ ਇਸ ਘੁਟਾਲੇ ਨੂੰ ਲੈ ਕੇ ਹੀ ਔਰ ਜੇ ਅੱਜ ਇਹ ਜਿਹੜਾ ਘੁਟਾਲਾ ਇਹਨਾਂ ਨੇ ਕੀਤਾ ਹੁੰਦਾ ਹੀ 64 ਕਰੋੜ ਦਾ ਉਹ ਕਰਤਾ ਜਿਹਦੇ 'ਤੇ ਕੋਰਟ ਨੇ ਵੀ ਰੋਕ ਲਗਾਈ ਹੋਈ ਸੀ ਔਰ ਐਸੀਆਂ ਇੰਸਟੀਟਿਊਸ਼ਨ ਨੂੰ ਵੀ ਦੇ ਦਿੱਤਾ ਜਿਨ੍ਹਾਂ ਦਾ ਕੋਈ ਥੋਪ ਰਾਈ ਨਹੀਂ ਕਿਤੇ ਹੈ ਹੀ ਨਹੀਂ ਵਜੂਦ ਹੀ ਕੋਈ ਨਹੀਂ। ਹੁਣ ਇਹ ਦੱਸ ਲਓ ਕਿ ਇਹ ਰਿਪੋਰਟ ਕਿਸੇ ਤੁਸੀਂ ਤਾਂ ਨਹੀਂ ਦਿੱਤੀ ਅਸੀਂ ਤਾਂ ਨਹੀਂ ਦਿੱਤੀ ਇਹ ਤਾਂ ਉਹਨਾਂ ਦੇ ਸੈਕਟਰੀ ਨੇ ਔਰ ਐਡੀਸ਼ਨਲ ਚੀਫ ਸੈਕਟਰੀ ਜਦ ਕੁਝ ਵੀ ਸੀਗਾ ਔਰ ਉਹਦਾ ਸੈਕਟਰੀ ਸੀ ਉਹਨੇ ਦਿੱਤੀ ਹੈ ਕਿ ਕਲੀਨ ਚਿੱਟ ਵੀ ਦੇਤੀ ਹੈ ਜੀ ਹੁਣ ਤਾਂ ਕਲੀਨ ਚਿੱਟ ਵੀ ਹੋ ਗਈ ਹੈ। ਇੱਕ ਐਡਾ ਵੱਡਾ ਘੁਟਾਲਾ ਸਾਹਮਣੇ ਆਇਆ ਔਰ ਕਲੀਨ ਚਿੱਟ ਦੇਣ ਵਾਲਾ ਕੌਣ ਕਿਉਂਕਿ ਜਿਸ ਮੰਤਰੀ ਜਿਹੜਾ ਆ ਆਪਣੇ ਚੀਫ ਮਿਨਿਸਟਰ ਦੀ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਕਰਕੇ ਸਿੱਖ ਗੁਰੂਆਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰੇ ਔਰ ਉਹ ਚਾਪਲੂਸੀ ਦੀ ਇਸ ਹੱਦ ਤੱਕ ਜਾਵੇ ਤੇ ਕਿਤੇ ਨਾ ਕਿਤੇ ਹੁਣ ਸ਼ੰਕਾ ਇੱਧਰ ਵੀ ਚਲ ਜਾਂਦੀ ਕਿ ਕੈਪਟਨ ਵੀ ਹਿੱਸੇਦਾਰ ਹੋਏਗਾ ਤਾਂ ਹੀ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਔਰ ਉਹ ਚੀਫ ਸੈਕਟਰੀ ਜਿਹੜੀ ਕਿੰਨੇ ਸੀਨੀਅਰ ਨੂੰ ਛੱਡ ਕੇ ਯੂਨੀਅਨ ਨੂੰ ਲਗਾਇਆ ਉਹਦੇ ਦਬਾਅ ਥੱਲੇ ਕੰਮ ਕਰੇਗੀ ਔਰ ਜਿੰਨੀਆਂ ਵੀ ਅਸੀਂ ਕੰਪਲੇਂਟਾਂ ਅੱਜ ਤੱਕ ਦਿੱਤੀਆਂ ਉਹਦਾ ਕੋਈ ਜਵਾਬ ਵੀ ਨਹੀਂ ਦਿੰਦੀ। ਪਰ ਸਾਂਪਲਾ ਸਾਹਿਬ ਦੇਖਿਆ ਜਾਵੇ ਸਟੇਟ ਨੂੰ ਤਾਂ ਖੁਦ ਸਕੀਮ ਸ਼ੁਰੂ ਕਰਨੀ ਪੈਗੀ ਕਿਉਂਕਿ ਧਰਮਸੋਤ ਦਾ ਸਾਫ਼ ਤੌਰ ਤੇ ਕਹਿਣਾ ਕਹਿੰਦੇ ਬੀਜੇਪੀ ਪੈਸਾ ਨਹੀਂ ਦੇਣਾ ਚਾਹੁੰਦੀ ਸੀ ਇਸ ਕਰਕੇ ਸਾਨੂੰ ਆਪ ਕਰਨਾ ਪੈ ਗਿਆ ਉਹਦਾ ਕਾਰਨ ਉਹਨਾਂ ਨੇ ਦੱਸਿਆ ਕਹਿੰਦੇ ਨੇ ਜੇ 8 ਕਰੋੜ ਤੋਂ ਪੈਸਾ ਵੱਧ ਜਾਊਗਾ ਫਿਰ ਅਸੀਂ ਸਕੀਮ ਅਡਾਪਟ ਕਰਾਂਗੇ ਜੇ 6 ਕਹਿੰਦੇ ਸਾਡਾ ਤਾਂ ਬਜਟ ਹੀ 6000 ਦਾ ਤਾਂ ਅਸੀਂ 8000 ਕਿੱਥੋਂ ਕਰ ਦਈਏ। ਦੇਖੋ ਇਹ ਵੀ ਝੂਠ ਬੋਲ ਰਿਹਾ ਇਹ ਸਕੀਮ ਅਸੀਂ ਨਹੀਂ ਸੀ ਬਣਾਈ ਇਹ ਮਨਮੋਹਨ ਸਿੰਘ ਜੀ ਦੇ ਵੇਲੇ ਬਣੀ ਸੀ ਔਰ ਜਿਸ ਨੋਰਮ ਦੇ ਉੱਤੇ ਉਹ ਸਕੀਮ ਬਣੀ ਸੀ ਉਸ ਨੋਰਮਸ ਦੇ ਉੱਤੇ ਹੀ ਅੱਜ ਵੀ ਸਕੀਮ ਬੰਦ ਨੇ। ਅਗਰ ਉਹ ਕਹਿੰਦੇ ਸਕੀਮ ਬੰਦ ਕਰਤੀ ਤਾਂ ਮੈਨੂੰ ਧਰਮਸੋਤ ਕੋਲੋਂ ਇੱਕ ਉਹ ਚਿੱਠੀ ਲਿਆ ਕੇ ਦਿਖਾ ਲਓ ਜਿਹਦੇ 'ਚ ਕੇਂਦਰ ਸਰਕਾਰ ਨੇ ਕਿਹਾ ਹੋਵੇ
ਕਿ ਅਸੀਂ ਤੁਹਾਡੀ ਸਕੀਮ ਬੰਦ ਕਰਤੀ। ਨਹੀਂ, ਉਹ ਕਹਿੰਦੇ ਕੈਪ ਹੀ ਇਸ ਤਰ੍ਹਾਂ ਦਾ ਲਾਤਾ ਤਾਂ ਸਕੀਮ ਬੰਦ ਹੀ ਸਮਝੋ ਜਾਂ ਦੇਣੇ ਨਹੀਂ ਪੈਸੇ। ਕੈਪ ਅਸੀਂ ਨਹੀਂ ਲਗਾਇਆ, ਮਨਮੋਹਨ ਸਿੰਘ ਦੀ ਸਰਕਾਰ ਨੇ ਲਗਾਇਆ ਸੀ ਕਿ ਜੋ ਜਿਹੜਾ 5 ਸਾਲ ਬਾਅਦ ਇਹਨਾਂ ਦੀ ਡਿਮਾਂਡ ਹੋਏਗੀ ਉਹ ਇਹਨਾਂ ਦੀ ਕਮੋਡਿਟੀ ਲਾਇਬਿਲਿਟੀ ਹੋਏਗੀ, ਭਾਵ ਉਹ ਇਹ ਦੇਣਗੇ, ਉਸ ਤੋਂ ਬਾਅਦ ਜਿਹੜਾ ਉੱਪਰਲਾ ਹੋਏਗਾ ਉਹ ਜਿਹੜਾ ਕੇਂਦਰ ਸਰਕਾਰ ਦੇਗੀ। ਪਰ ਪੰਜਾਬ ਸਰਕਾਰ ਨੇ ਘੁਟਾਲੇ ਕਰਨ ਦੇ ਲਈ, ਆਪਣੇ ਘਰ ਭਰਨ ਲਈ ਡਿਮਾਂਡ ਏਡੀ ਵੱਡੀ ਰੱਖ ਦਿੱਤੀ ਜਿਹੜੀ ਹਕੀਕਤ 'ਚ ਕਿਤੇ ਨਹੀਂ ਹੈਗੀ, ਔਰ ਉਹ ਜਿਹੜੀ ਐਡੀ ਵੱਡੀ ਡਿਮਾਂਡ ਬਣਾ ਲਈ ਕਿਉਂਕਿ ਘੁਟਾਲੇ ਕਰਨੇ ਸੀ, ਆਪਣੇ ਘਰ ਭਰਨੇ ਸੀ। ਹੁਣ ਉਹ ਕਮੋਡਿਟੀ ਲਾਇਬਿਲਿਟੀ ਬਣ ਗਈ ਉਹਨਾਂ ਦੀ। ਉਹ ਜਿਹੜੀ ਘੁਟਾਲਿਆਂ ਕਰਕੇ ਅੱਜ ਜਿਹੜੀ ਪੰਜਾਬ ਸਰਕਾਰ ਆ ਮੁਸੀਬਤ 'ਚ ਖੜੀ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਡਿਮਾਂਡ ਐਡੀ ਵੱਡੀ ਖੜੀ ਕਰਤੀ, ਉਹਨੇ ਤਾਂ ਡਿਮਾਂਡ ਘਟਾਈ ਹੈ, ਸਗੋਂ 6000 ਕਰੋੜ ਘਟਾਈ ਨਹੀਂ ਹੈ। ਤੁਹਾਨੂੰ ਜਦੋਂ ਇਹੀ ਮੈਂ ਕਹਿ ਰਿਹਾ ਕਿ ਡਿਮਾਂਡ ਘਟਾਈ ਨਹੀਂ ਹੈ। ਅੱਜ ਦੀ ਡਿਮਾਂਡ ਜਿਹੜੀ ਆ 600 ਕਰੋੜ ਤੁਹਾਡੇ ਇਹਨਾਂ ਨੇ ਕਿਹਾ, ਤੇ ਫਿਰ 788 ਕਰੋੜ ਰੁਪਇਆ ਇਹਨਾਂ ਨੇ ਕਿੱਦਾਂ ਡਿਮਾਂਡ 5 ਸਾਲ ਅੱਜ ਤੋਂ 3 ਸਾਲ ਪਹਿਲਾਂ ਕਿੱਦਾਂ ਕਰਤੀ? ਨਹੀਂ, ਫਿਰ ਕੈਬਨਿਟ ਮੰਤਰੀ ਦਾ ਮਤਲਬ ਗਲਤ ਤਾਂ ਸਾਹਮਣੇ ਰੱਖ ਰਹੇ। ਬਿਲਕੁਲ ਝੂਠ ਬੋਲਦੇ ਆ, ਬਿਲਕੁਲ ਝੂਠ ਬੋਲਦੇ ਆ। ਜਿਹੜਾ ਆ ਡਿਮਾਂਡ ਜਿਹੜੀ ਆ ਉਹ ਕਿਤੇ ਘੱਟ ਸੀਗੀ, ਔਰ ਆਪਣੇ ਘਰ ਭਰਨ ਦੇ ਲਈ ਵੀ 200-400 ਕਰੋੜ ਰੁਪਇਆ ਸਾਡੇ ਘਰਾਂ 'ਚ ਆ ਜਾਏ, ਉਸ ਕਰਕੇ ਇਹਨਾਂ ਨੇ ਡਿਮਾਂਡ ਵਧਾਈ। ਪੂਰੇ ਹਿੰਦੁਸਤਾਨ 'ਚ ਕਿਤੇ ਸਮੱਸਿਆ ਨਹੀਂ ਆਈ, ਪੰਜਾਬ 'ਚ ਇਹ ਸਮੱਸਿਆ ਕਿਉਂ ਆਈ? ਕਿਉਂਕਿ ਘੁਟਾਲੇਬਾਜ਼ ਜਿਹੜੇ ਇੱਥੇ ਜਿਹੜੇ ਆ ਧਰਮਸੋਧ ਵਰਗੇ ਮੰਤਰੀਆਂ ਦੇ ਰੂਪ 'ਚ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਤਾਂ ਲਿਆ, ਪਰ ਸਭ ਤੋਂ ਵੱਡੀ ਦੁਸ਼ਮਣ ਜਿਹੜੇ ਆ ਉਹ ਮੰਤਰੀ ਜਿਹੜਾ ਸਾਧੂ ਸਿੰਘ ਧਰਮਸੋਧ ਹੈ। ਬਖਰੇਵਾਂ ਦੀ ਤਾਂ ਗੱਲ ਤੁਹਾਡੇ ਤੋਂ ਕਹਿੰਦੇ ਨੇ ਸਗੋਂ, ਪਰ ਗੱਲ ਇੱਕ ਚੀਜ਼ ਇਹ ਦੱਸੋ ਕਿ ਆਖਰ ਜਿਸ ਤਰ੍ਹਾਂ ਦੇ ਨਾਲ ਹੁਣ ਜੇ ਪੈਸੇ ਦੀ ਤੁਸੀਂ ਕਹਿੰਦੇ ਹੋ ਗੜਬੜੀ ਹੋ ਗਈ, ਪੈਸਾ ਜਿਹੜਾ ਦਿੰਦਾ ਹੈ ਉਹਦੇ ਕੋਲ ਪੂਰਾ ਹੱਕ ਹੈ ਜਾਂਚ ਕਰਨ ਦਾ, ਸੈਂਟਰ ਗਵਰਨਮੈਂਟ ਫਿਰ ਕਿਉਂ ਨਹੀਂ ਜਾਂਚ ਕਰਕੇ ਇਹਨਾਂ ਦੇ ਸਕੰਜਾ ਕੱਸਦੀ? ਦੇਖੋ, ਜਿਹੜੀ ਸੈਂਟਰ ਗਵਰਨਮੈਂਟ ਨੇ ਆਪਣੀ ਟੀਮ ਭੇਜੀ ਸੀ, ਇੱਥੇ ਦੇ ਅਫੀਸਰਾਂ ਨੇ ਉਹਨਾਂ ਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ। ਬਾਰ-ਬਾਰ ਕਹਿਣ ਦੇ ਉੱਤੇ ਹਾਲੇ ਤੱਕ, ਕਿਉਂਕਿ ਜਾਣਕਾਰੀ ਤਾਂ ਇੱਥੇ ਅਫੀਸਰਾਂ ਦੇ ਕੋਲ ਪੰਜਾਬ 'ਚ ਆਣ ਕੇ ਕਰਨੀ ਹੁੰਦੀ ਆ, ਪਰ ਇਹ ਜਾਣਕਾਰੀ ਨਹੀਂ ਦੇ ਰਹੇ ਉਹਨਾਂ ਨੂੰ। ਔਰ ਈਵਨ ਮੰਤਰੀ ਜੀ ਨੇ ਜਾਣੀ ਚੀਫ ਮਿਨਿਸਟਰ ਨੂੰ ਵੀ ਇਹ ਡੀਓ ਲਿਖਿਆ ਕਿ ਆਪਣੇ ਅਧਿਕਾਰੀਆਂ ਨੂੰ ਕਹੋ ਕਿ ਜਿਹੜੀ ਸਥਿਤੀ ਸਾਡੇ ਨਾਲ ਬੈਠ ਕੇ, ਸਾਡੇ ਅਧਿਕਾਰੀਆਂ ਨਾਲ ਬੈਠ ਕੇ ਉਹ ਸਾਫ਼ ਕਰਨ। ਪਰ ਫਿਰ ਵੀ ਕਿਉਂਕਿ ਮਨਸ਼ਾ ਜਿਹੜੀ ਆ ਉਹ ਗਲਤ ਹੈ, ਇਸ ਕਰਕੇ ਉਹ ਕੀਤੀ ਨਹੀਂ। ਫਿਰ ਸਖਤ ਕਾਰਵਾਈ ਕਰਨੀ ਕੀ ਇਹ ਤੋਂ ਬਾਅਦ ਵਧਣਗੇ? ਕਿਉਂਕਿ ਉਹ ਤਾਂ ਚਲੋ ਮੰਨ ਲਿਆ ਵੀ ਉਹਨਾਂ ਨੇ ਹਿਸਾਬ ਨਹੀਂ ਦਿੱਤਾ ਹੈਗਾ, ਹਿਸਾਬ ਕੱਲ੍ਹ ਨੂੰ ਸਰਕਾਰ ਲੈ ਵੀ ਰਹਿੰਦੀ ਹੈ, ਤਾਂ ਫਿਰ ਸਖਤ ਕਾਰਵਾਈ ਦਾ ਕੋਈ ਹੈਗਾ? ਕਿਉਂਕਿ ਲੋਕ ਇਹ ਗੱਲ ਕਹਿੰਦੇ ਨੇ, ਕਹਿੰਦੇ ਭਾਵੇਂ ਸਰਕਾਰਾਂ ਕੋਈ ਵੀ ਹੋਣ, ਲੀਡਰ ਕੋਈ ਵੀ ਹੋਣ, ਆਪਸ 'ਚ ਜਦੋਂ ਵੰਡ ਕੇ ਇਹ ਕੰਮ ਕਰਦੇ ਨੇ ਤਾਂ ਉਸ ਤੋਂ ਬਾਅਦ ਇੱਕ ਇਨਕੁਆਇਰੀਆਂ ਦੇ ਵਿੱਚੋਂ ਜਾਂਚ ਦਾ ਸਿੱਟਾ ਕਿਸੇ 'ਚ ਨਹੀਂ ਨਿਕਲਿਆ, ਕਿਸੇ ਦਾ ਕੋਈ ਬੰਦਾ ਫੜਿਆ ਹੀ ਨਹੀਂ ਗਿਆ ਕਦੇ ਅੱਜ ਤੱਕ। ਇਹ ਮੋਦੀ ਸਰਕਾਰ ਹੈ, ਇਹ ਜ਼ਰੂਰ ਸਮਾਂ ਜ਼ਰੂਰ ਦੇਗੀ, ਪਰ ਜਾਂਚ ਪੂਰੀ ਹੋਏਗੀ, ਔਰ ਜਾਂਚ ਦੇ ਵਿੱਚ ਕਿਤੇ ਵੀ ਜਿਹੜੀ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਇਹ ਤੁਹਾਨੂੰ ਮੈਂ ਜਾਣੀ ਇਹਦਾ ਆਸ਼ਵਾਸਨ ਵੀ ਦੇ ਦਿੰਦਾ। ਔਰ ਜਿਹੜਾ ਇਹਨਾਂ ਨੇ ਇੱਕ ਝੂਠਾ ਕੀਤੀ ਹੈ ਕਿ ਇੱਕ ਅਸੀਂ ਸਕਾਲਰਸ਼ਿਪ ਸ਼ੁਰੂ ਕੀਤੀ ਹੈ, 600 ਕਰੋੜ ਰੁਪਇਆ ਦਿੱਤਾ ਜੀ, 168 ਕਰੋੜ ਰੁਪਇਆ ਸਾਡਾ ਜਿਹੜਾ ਆ ਗਵਰਨਮੈਂਟ ਇੰਸਟੀਟਿਊਸ਼ਨ ਦਾ ਆ, ਤੇ 432 ਕਰੋੜ ਜਿਹੜਾ ਆ ਉਹ ਜਿਹੜਾ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਆ, ਤੇ ਉਹਦੇ 'ਚੋਂ 60% ਦੇਣਗੇ। ਇੱਕ ਪਾਸੇ ਤੋਂ ਕਹਿ ਰਹੇ ਕਿ ਉਹਦੇ 'ਚ ਊਣਤਾਈਆਂ ਸੀ, ਇਹਦੇ 'ਚ ਤਾਂ ਪਹਿਲਾਂ ਹੀ ਸ਼ੁਰੂਆਤ ਹੀ ਤਾਂ ਕਿ 60% ਦੇਣਗੇ, ਬਾਕੀ 40% ਕਿੱਥੇ ਗਿਆ? ਕੌਣ ਦੇਗਾ? ਅਜੇ ਸੈਂਟਰ ਕਹੇਗਾ ਅਸੀਂ 60 ਦੇਵਾਂਗੇ ਤੇ 40 ਸੂਬਾ ਦੇ, ਗੱਲ ਸਮਝ ਆਉਂਦੀ ਹੈ, ਪਰ ਸੂਬਾ ਹੀ ਕਹੇਗਾ ਅਸੀਂ 60 ਦੇਵਾਂਗੇ, ਬਾਕੀ 40 ਕਿੱਥੋਂ ਆਏਗਾ? ਔਰ ਦੂਸਰਾ ਜਿਹੜੀ 260 ਜਾਨੀ 260 ਕਰੋੜ ਦੇਣਗੇ 432 'ਚ, ਬਾਕੀ ਸਾਰਾ ਕਿੱਥੇ ਜਾਏਗਾ? ਕਿਤੇ ਨਹੀਂ ਜਾਏਗਾ। ਬਜਟ ਤੁਸੀਂ 600 ਕਰੋੜ ਰੱਖਦੇ ਹੋ, 168 ਉਹਨੂੰ ਦੇਣਾ, 260 ਉਹਨੂੰ ਦੇਣੇ ਆ, ਬਾਕੀ ਕਿੱਥੇ ਗਿਆ? ਔਰ ਫਿਰ ਕਿੰਨਾ ਵੱਡਾ ਝੂਠ ਹੈ। ਤੁਸੀਂ ਹੁਣ ਵਿਧਾਨ ਸਭਾ ਲਗਾਇਆ, ਇਸ ਤੋਂ ਪਹਿਲਾਂ ਉਹਨਾਂ ਨੇ ਇਹ ਡਿਕਲੇਅਰ ਕਰਤਾ ਕਿ ਅਸੀਂ ਅਨੁਸੂਚਿਤ ਜਾਤੀ ਦੇ ਲਈ ਨਵੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰ ਦਿਆਂਗੇ। ਤੁਸੀਂ ਕੀਤੀ ਹੈ ਤੇ ਵਿਧਾਨ ਸਭਾ ਦੇ ਵਿੱਚ ਪਾਸ ਕਿਉਂ ਨਹੀਂ ਕੀਤਾ? ਫਿਰ ਤੁਸੀਂ ਕੈਬਨਿਟ 'ਚ ਪਾਸ ਕਰਤਾ। ਕੈਬਨਿਟ ਦਾ ਮੁੱਦਾ ਜਿਹੜਾ ਉਹਨੂੰ ਵਿਧਾਨ ਸਭਾ 'ਚ ਵੀ ਲਿਆਉਣਾ ਹੁੰਦਾ, ਉਹਨੂੰ ਐਕਟ ਬਣਾਉਣਾ ਹੁੰਦਾ। ਜੇ ਕਿ ਬਾਕੀ ਜਗ੍ਹਾ 'ਤੇ ਝੂਠੇ ਫਰੇਬ ਤੁਸੀਂ ਐਕਟ ਬਣਾ ਲਿਆ, ਜਿਹੜੇ ਤੁਸੀਂ ਬਣਾ ਨਹੀਂ ਸਕਦੇ, ਜਿਹੜਾ ਬਣਾ ਸਕਦੇ ਸੀ ਉਹ ਬਣਾਇਆ ਹੀ ਨਹੀਂ। ਸੋ ਇਦੋਂ ਵੱਡਾ ਹੋਰ ਧੋਖਾ ਕੀ ਹੋ ਸਕਦਾ ਪੰਜਾਬ? ਹੁਣ ਜੇ ਦੇਖਿਆ ਜਾਵੇ ਸਾਂਪਲਾ ਜੀ, ਗੱਲ ਇਹ ਹੈ ਵੀ ਤੁਸੀਂ ਪੰਜਾਬ ਸਰਕਾਰ ਤੇ ਸਿੱਟ ਰਹੇ ਹੋ, ਪੰਜਾਬ ਸਰਕਾਰ ਸਿੱਟ ਰਹੀ ਹੈ ਸੈਂਟਰ ਤੇ, ਉਹ ਦਲਿਤ ਬੱਚੇ ਕਿੱਥੇ ਜਾਣਗੇ? ਹਰ ਵਾਰੀ ਰੇਸ਼ੋ ਘਟੀ ਜਾ ਰਹੀ ਹੈ ਉਹਨਾਂ ਦੀ, ਉਹ ਕਿਤੇ ਨਾ ਕਿਤੇ ਐਡਮਿਸ਼ਨਾਂ ਘਟੀ ਜਾ ਰਹੀਆਂ ਹੈਗੀਆਂ। ਗਵਰਨਮੈਂਟ ਨੇ ਕਦੀ ਪੰਜਾਬ ਤੇ ਨਹੀਂ ਸਿੱਟਿਆ। ਜੋ ਸਕੀਮ ਬਣੀ, ਉਹ ਜਦੋਂ ਸਕੀਮ ਬਣਦੀ ਹੈ ਉਹ 'ਚ ਸਾਰੀਆਂ ਸੂਬਾ ਸਰਕਾਰਾਂ, ਅਸੀਂ ਸਿੱਟਦੇ ਕਿੱਦਾਂ? ਸਾਡੇ ਤੇ ਕਿੱਦਾਂ ਤੁਸੀਂ ਕਹਿ ਸਕਦੇ ਕਿ ਸੈਂਟਰ ਪੰਜਾਬ ਸਿੱਟਦੇ ਦਾ ਮੇਰਾ ਮਤਲਬ ਇਹ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਇਹ ਪੈਸੇ ਖਾ ਗਏ, ਇਹਨਾਂ ਨੇ ਜਾਂਚ ਨਹੀਂ ਸਹੀ ਕਰਵਾਈ ਹੈਗੀ, ਐਸੀ ਜਾਂਚ ਸਹੀ ਕਰਵਾਵਾਂਗੇ। ਫਿਰ ਤੁਸੀਂ ਜਾਂਚ ਸਹੀ ਕਰਵਾ ਕੇ ਇੱਕ ਵਾਰੀ ਇੰਨਾ ਕੁ ਹੰਭਲਾ ਮਾਰੋ ਨਾ, ਜਦੋਂ ਉਰੇ ਤੁਸੀਂ ਪੰਜਾਬ 'ਚ ਲਗਾਤਾਰ ਘੇਰ ਰਹੇ ਹੋ ਸਰਕਾਰ ਨੂੰ, ਸੈਂਟਰ ਨੂੰ ਜਾ ਕੇ ਜੇ ਮੈਂ ਕਹਿੰਦਾ 2 ਦਿਨ ਉੱਥੇ ਤੁਸੀਂ ਬਹਿ ਜਾਓ ਤਾਂ ਇਹਨਾਂ ਤੇ ਸਖਤੀ ਕਰਵਾ ਕੇ ਸਾਰਾ ਪੈਸਾ ਕਢਵਾ ਲਓ, ਨਾਲੇ ਅੱਗੇ ਨੂੰ ਸਕੀਮ ਸ਼ੁਰੂ ਹੋ ਜਾਏ। ਤੁਹਾਡਾ ਅਲੱਗ ਤਰ੍ਹਾਂ ਦਾ ਸਵਾਲ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਕਿ ਅਸੀਂ ਉਹਨਾਂ ਨੂੰ ਗਲਤ ਗੁੰਮਰਾਹ ਕਰ ਰਹੇ ਹਾਂ,
ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਆਪਣਾ ਕਰੇ, ਨਹੀਂ ਹੈ ਤੇ ਜੇ ਉਹ ਇੰਨੀ ਇਮਾਨਦਾਰ ਆ ਤਾਂ ਫਿਰ ਜਦ ਉਹਨੇ ਕੋਈ ਕਲੀਨ ਚਿੱਟ ਦੇ ਦਿੱਤੀ ਤਾਂ ਕਹਿ ਦਿਓ ਨਾ ਸੀਬੀਆਈ ਇਨਕੁਆਇਰੀ ਕਰ ਲਵੇ ਇਹਦੀ, ਕਿਉਂ ਨਹੀਂ ਕਰਦੀ? ਕਿਉਂਕਿ ਰਿਕਮੈਂਡੇਸ਼ਨ ਸੂਬਾ ਸਰਕਾਰ ਨੇ ਦੇਣੀ ਹੁੰਦੀ ਆ, ਔਰ ਜੇ ਬਾਕੀ ਸੂਬਾ ਸਰਕਾਰ ਕਹੇ ਕਿ ਇਹਦੀ ਸੀਬੀਆਈ ਇਨਕੁਆਇਰੀ ਕਰਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਜਦੋਂ ਇੱਕ ਕਲੀਨ ਚਿੱਟ ਹੀ ਦਿੱਤੀ ਫਿਰ ਕੀ ਆ? ਜੇ ਨਹੀਂ ਤੁਸੀਂ ਦੇਣੀ ਸੀਬੀਆਈ ਨੂੰ, ਤੁਸੀਂ ਸਿਟਿੰਗ ਜੱਜ ਦੇ ਕੋਲੋਂ ਕਰਵਾ ਲਓ। ਸਮੱਸਿਆ ਤਾਂ ਇੱਥੇ ਆ ਕਿ ਤੁਹਾਡੀ ਇਮਾਨਦਾਰੀ, ਤੁਹਾਡੀ ਨੀਅਤ ਸਾਫ਼ ਨਹੀਂ ਆ। ਜੇ ਤੁਸੀਂ ਨੀਅਤ ਸਾਫ਼ ਹੁੰਦੀ ਤੇ ਵਿਧਾਨ ਸਭਾ 'ਚ ਕਿਉਂ ਨਹੀਂ ਫਿਰ ਪਾਸ ਕੀਤਾ? ਮੇਰੀ ਤੇ ਇਹ ਸਿੱਧੀ ਸਪਸ਼ਟ ਗੱਲ ਹੈ ਕਿ ਕਿਸਾਨਾਂ ਵਾਲਾ ਤੁਸੀਂ ਬਿੱਲ ਪਾਸ ਕਰਤਾ ਜਿਹੜਾ ਕਰ ਨਹੀਂ ਸਕਦੇ ਸੀ। ਜੋ ਕਰ ਨਹੀਂ ਸਕਦੇ ਸੀ ਉਹ ਕੀਤਾ, ਜੋ ਕਰ ਸਕਦੇ ਸੀ ਉਹ ਕੀਤਾ ਹੀ ਨਹੀਂ। ਸੋ ਇਸ ਕਰਕੇ ਉਹਨਾਂ ਦੀ ਨੀਅਤ ਸਾਫ਼ ਨਹੀਂ। ਮੈਂ ਇਹ ਕਹਿ ਤੇ ਜਿਹੜੇ ਧਰਮਸੋਤ ਨੇ ਸਾਰੇ ਅੰਕੜੇ ਰੱਖੇ, ਸਾਰੀਆਂ ਚੀਜ਼ਾਂ, ਜਿਵੇਂ ਕਿ ਹੁਣ ਆਪਾਂ ਗੱਲਬਾਤ ਕਰੀਏ, ਇਹਦਾ ਮਤਲਬ ਸਾਰੇ ਉਹਦੇ ਬਿਆਨ, ਉਹਨਾਂ ਦੇ ਬਿਆਨ ਤੁਸੀਂ ਸਮਝਦੇ ਹੋ ਕਿ ਇੱਕ ਜਾਂ ਤਾਂ ਰਾਜਨੀਤਿਕ ਨੇ ਜਾਂ ਫਿਰ ਜੇ ਕਹੀਏ ਕਿ ਉਹ ਫਾਲਸ ਨੇ ਟੋਟਲੀ। ਕੈਬਨਿਟ ਮੰਤਰੀ ਬਿਆਨ ਦਿੰਦਾ, ਕੋਈ ਸਰਕਾਰ ਦੇ ਜ਼ਿੰਮੇਵਾਰੀ ਨਾ ਦਿੰਦਾ, ਪੂਰੀ ਤਰ੍ਹਾਂ ਝੂਠ ਨੇ। ਸੱਚ ਉਹਨਾਂ 'ਚ 0.5% ਵੀ ਨਹੀਂ ਹੈ, 1% ਤੱਕ ਬਹੁਤ ਦੂਰੀ, ਰੱਤੀ ਭਰ ਵੀ ਉਹਦੇ 'ਚ ਸੱਚ ਨਹੀਂ। ਸਾਰਾ ਦਾ ਸਾਰਾ ਝੂਠ। ਔਰ ਇੱਕ ਹੁੰਦਾ ਆਟੇ 'ਚ ਲੂਣ ਗੁੰਨਣਾ, ਉਹ ਤਾਂ ਲੂਣ ਗੁੰਨਣ ਡਏ ਨੇ। ਤੇ ਹੁਣ ਜਨਤਾ 'ਚ ਕਿਵੇਂ ਲੈ ਕੇ ਜਾਓਗੇ? ਕਿਉਂਕਿ ਨੁਕਸਾਨ ਦੇਖੋ ਸਾਂਪਲਾ ਜੀ, ਤੁਹਾਨੂੰ ਵੀ ਪਤਾ, ਤੁਸੀਂ ਵੀ ਜਦੋਂ ਰੌਲਾ ਪਾਉਂਦੇ ਰਹੇ ਹੋ, ਮੰਤਰੀ ਸੀਗੇ, ਹੁਣ ਵੀ ਪਾ ਰਹੇ ਹੋ, ਦਲਿਤ ਬੱਚਿਆਂ ਦਾ ਨੁਕਸਾਨ ਹੈ, ਉਹਨੂੰ ਕਵਰ ਕਿਵੇਂ ਕੀਤਾ ਜਾਊਗਾ ਫਿਰ? ਦੇਖੋ ਇਸੇ ਕਰਕੇ ਅਸੀਂ ਜਿਹੜੀ ਦਲਿਤ ਇਨਸਾਫ ਯਾਤਰਾ ਕੱਢ ਰਹੇ ਸੀ, ਜੇ ਉਹ ਇਨਸਾਫ ਯਾਤਰਾ ਸਾਡੀ ਕਿਉਂ ਨਹੀਂ ਹੋਣ ਦਿੰਦੇ, ਜਾਂ ਸਾਡੇ ਅਸੀਂ ਦਲਿਤ ਦਾ ਕੋਈ ਵੀ ਇਸ਼ੂ ਚੁੱਕਦੇ ਹਾਂ ਕਿਉਂ ਨਹੀਂ ਚੁੱਕਣ ਦਿੰਦੇ? ਕਿਉਂਕਿ ਉਹ ਦਲਿਤ, ਉਹਨਾਂ ਦੀ ਮਨਸ਼ਾ ਗਲਤ ਹੈ। ਜੇ ਹੁੰਦੀ ਤਾਂ ਦੱਸੋ, ਲੋਕਤੰਤਰ ਦੇ ਵਿੱਚ ਅਸੀਂ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੇ ਉੱਤੇ ਹਾਰ ਪਾਉਣ ਜਾਂਦੇ ਹਾਂ ਤਾਂ ਬੇਇੱਜ਼ਤੀ ਕਰਾਉਣ ਲਈ ਬੰਦੇ ਭੇਜਦੇ ਆ। ਅਸੀਂ ਇਨਸਾਫ ਲਈ ਯਾਤਰਾ ਕੱਢਦੇ ਹਾਂ ਤੇ ਸਾਡੀ ਯਾਤਰਾ ਨੂੰ ਤਾੜੋ ਪੀੜਤ ਕਰ। ਇੱਥੋਂ ਤੱਕ ਕਿ ਮੈਂ ਪ੍ਰੈਸ ਕਾਨਫਰੰਸ ਕਰਦਾ ਜਲੰਧਰ 'ਚ, ਮੈਂ ਪ੍ਰੈਸ ਕਾਨਫਰੰਸ ਰੱਖੀ, ਬਕਾਇਦਾ ਉਹਨਾਂ ਨੂੰ ਕਹਿ ਕੇ ਰੱਖੀ ਪ੍ਰਸ਼ਾਸਨ ਨੂੰ ਕਿ ਮੈਂ ਉਹ 3 ਵਜੇ ਪ੍ਰੈਸ ਕਾਨਫਰੰਸ ਰੱਖਣੀ ਆ। ਪੂਰੇ 2:15 ਵਜੇ 2:30 ਵਜੇ ਮੈਨੂੰ ਮੈਸੇਜ ਆ ਜਾਂਦਾ ਤੁਹਾਡੀ ਜੀ ਉਹ ਹਾਲ ਕੈਂਸਲ ਹੈ। ਤੇ ਇਹਦਾ ਕੀ ਮਤਲਬ? ਜੇ ਉਹ ਇੰਨੇ ਨਿਡਰ ਹੈ ਤਾਂ ਫਿਰ ਸਾਨੂੰ ਬੋਲਣ ਕਿਉਂ ਨਹੀਂ ਦਿੰਦੇ? ਸਾਡੀ ਆਵਾਜ਼ ਕਿਉਂ ਬੰਦ ਕਰਦੇ? ਸਾਡੇ ਯਾਤਰਾ ਦੇ ਉੱਤੇ ਜਿਹੜੀ ਯਾਤਨਾਵਾਂ ਕਿਉਂ ਦੇ ਰਹੇ? ਆਮ ਤੌਰ ਤੇ ਦੂਜੇ ਵਿਰੋਧੀ ਧਿਰਾਂ ਮੋਦੀ ਤੇ ਲਾਉਂਦੀਆਂ ਨੇ, ਕਹਿੰਦੇ ਸਾਨੂੰ ਬੋਲਣ ਨਹੀਂ ਦਿੰਦਾ, ਨੈਸ਼ਨਲ ਮੀਡੀਆ ਹਾਈਜੈਕ ਤੁਸੀਂ ਕਰ ਰੱਖਿਆ ਹੈਗਾ। ਦੇਖੋ ਅਸੀਂ ਕਹਿੰਦੇ ਆ ਲਿਆਓ, ਅਸੀਂ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਬੈਠੇ। ਅਸੀਂ ਮੰਨ ਲਓ ਬਾਕੀਆਂ ਨੂੰ ਵੀ, ਵਿਰੋਧੀ ਧਿਰਾਂ ਨੂੰ ਵੀ ਕਹਿੰਦੇ ਤੁਸੀਂ ਦੱਸੋ ਕਿਹੜੀ ਕਿਸ ਇਸ਼ੂ ਤੇ ਬਹਿਣਾ ਆ, ਅਸੀਂ ਉਸ ਇਸ਼ੂ ਤੇ ਬਹਿ ਜਾਂਦੇ ਆ। ਅਸੀਂ ਦਲਿਤ ਜਿਹੜੀ ਆ ਸਕਾਲਰਸ਼ਿਪ ਦੇ ਉੱਤੇ ਸਾਨੂੰ ਕਹੇ ਨਾ ਸਰਕਾਰ ਕਿ ਅਸੀਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ, ਸਾਨੂੰ ਲਿਆਓ ਤੱਥ ਦਿਓ, ਅਸੀਂ ਬੈਠਣ ਨੂੰ ਤਿਆਰ ਆ ਨਾ। ਪਰ ਉਹ ਸਾਡੇ ਹਰ ਕੰਮ ਨੂੰ ਰੋਕਣ ਨੂੰ ਤਿਆਰ ਆ। ਉਹਨਾਂ ਦੀ ਜੇ ਨੀਅਤ, ਮੈਂ ਫਿਰ ਬਾਰ-ਬਾਰ ਨੀਅਤ ਇਸ ਕਰਕੇ ਸ਼ਬਦ ਕਰਨਾ ਕਿ ਉਹ ਦਿਲਾਂ 'ਚ ਬਹੁਤ ਵੱਡਾ ਖੋਟ ਔਰ ਨਫ਼ਰਤ ਆ ਅਨੁਸੂਚਿਤ ਜਾਤੀ ਦੇ ਸਮਾਜ ਦੇ ਲਈ, ਔਰ ਅਨੁਸੂਚਿਤ ਦੇ ਸਮਾਜ ਨੂੰ ਹੀ, ਜਾਤੀ ਦੇ ਸਮਾਜ ਨੂੰ ਆਪਸ ਵਿੱਚ ਲੜਾਉਣ ਦੀ ਜਾਂ ਉਹਨਾਂ ਨੂੰ ਰੋਕਣ ਦੀ ਜਿਹੜੀ ਆ, ਉਹਨਾਂ ਦੇ ਰੋਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ 'ਚ ਉਹ ਅਸਫਲ ਹੋਣਗੇ। ਬਿਲਕੁਲ ਕਹਿ ਸਕਦੇ ਹਾਂ ਕਿ ਹੁਣ ਆਖਰਕਾਰ ਇਹ ਜਾਣਦੀਆਂ ਸਰਕਾਰਾਂ ਨੇ ਕਿ ਜੋ ਧਰਮਸੋਤ ਗੱਲ ਕਹਿ ਰਹੇ ਨੇਗੇ ਕਿ ਸੈਂਟਰਲ ਗਵਰਨਮੈਂਟ ਰੋਕਣਾ ਚਾਹੁੰਦੀ ਹੈ ਇਹ ਸਕੀਮ ਤੇ ਸਾਨੇ ਲਾਗੂ ਕਰਤੀ ਆ, ਉਹ ਉਹਨਾਂ ਨੂੰ ਪਤਾ ਕਿ ਆਖਰਕਾਰ ਇਹਨਾਂ ਤੱਥਾਂ 'ਚ ਕਿੰਨੀ ਜਿਹੜੀ ਸੱਚਾਈ ਹੈ ਤੇ ਕਿੰਨਾ ਕੁ ਝੂਠ ਆ। ਪਰ ਦਲਿਤ ਬੱਚੇ ਦਾ ਨੁਕਸਾਨ ਹੋ ਰਿਹਾ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਐਡਮਿਸ਼ਨਾਂ ਦੇ ਜਿਹੜੇ ਆંકੜੇ ਘਟਦੇ ਜਾ ਰਹੇ ਨੇ ਉਹਦਾ ਮਤਲਬ ਇਹੀ ਕਿਤੇ ਨਾ ਕਿਤੇ ਦਿਖਦਾ ਕਿ ਉਹਨਾਂ ਨੂੰ ਪੈਸਾ ਸ਼ਾਇਦ ਨਹੀਂ ਮਿਲ ਰਿਹਾ ਹੈਗਾ। ਦੂਜੇ ਪਾਸੇ ਸਾਂਪਲਾ ਨੇ ਜਿਵੇਂ ਸਾਫ਼ ਤੌਰ ਤੇ ਕਿਹਾ ਕਿ ਇੱਕ ਕੈਬਨਿਟ ਮੰਤਰੀ ਝੂਠ ਬੋਲ ਰਹੇ ਨੇ, ਜਦੋਂ ਮਰਜ਼ੀ ਅਸੀਂ ਬਹਿਸ ਕਰਨ ਨੂੰ ਤਿਆਰ ਆ, ਤੇ ਦੂਜੇ ਪਾਸੇ ਸੈਂਟਰਲ ਗਵਰਨਮੈਂਟ ਕਦੇ ਪੈਰ ਨਹੀਂ ਖਿੱਚੂਗੀ ਕਿ ਕਿਸੇ ਦਲਿਤ ਬੱਚੇ ਨੂੰ ਪੈਸਾ ਦੇਣ ਤੋਂ ਗੁਰੇਜ਼ ਕੀਤਾ ਜਾ ਸਕੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।